ਉਹ ਬੰਦੇ ਤਾਂ ਉਹਨਾਂ ਦੇ ਨੌਕਰ ਆ, ਉਹਨਾਂ ਦੇ ਕੋਲ ਕੋਈ ਕਿਸੇ ਤਰ੍ਹਾਂ ਦੀ ਕੋਈ ਪਾਵਰ ਨੂੰ ਆਪ ਵੀ ਐਕਸਰਸਾਈਜ਼ ਕਰਨ ਦੀ ਔਕਾਤ ਹੀ ਹੈ ਨਹੀਂ। ਪਾਣੀ ਭਰਦੇ ਆ ਆਪਦੇ ਉੱਤੇ ਜਿਹੜੇ ਬੈਠੇ ਉਹਨਾਂ ਦੇ ਹਾਕਮਾਂ ਦਾ, ਜਿਹੜਾ ਉਹਨਾਂ ਦੇ ਵੱਧ ਚਾਪਲੂਸੀ ਕਰ ਲੂਗਾ, ਉਹਨਾਂ ਦੇ ਅੰਦਰ ਉਹਨਾਂ ਦੇ ਅੱਗੇ ਵੱਧ ਝੁਕ ਜੂਗਾ, ਉਹ ਗਾਂ ਉਹ ਪੋਸਟਾਂ ਤੇ ਲਾ ਦੇਣਗੇ, ਉਹਨੂੰ ਮੰਤਰੀ ਵੀ ਬਣਾ ਦੇਣਗੇ, ਉਹਨਾਂ ਨੂੰ ਵੀਸੀ ਵੀ ਬਣਾ ਦੇਣਗੇ, ਉਹਨਾਂ ਨੂੰ ਹੋਰ ਵੱਡੇ ਵੱਡੇ ਅਹੁਦੇ ਵੀ ਦੇ ਦੇਣਗੇ। ਸੋ ਗੱਲ ਇਹ ਪੋਲੀਟੀਕਲ ਡਿਜ਼ਾਈਨ 'ਚੋਂ ਪੈਦਾ ਕੀਤੀਆਂ ਗਈਆਂ ਗੱਲਾਂ। ਵੀਸੀ ਹੁਣ ਵੀਸੀ ਆਪਾਂ ਕਿਸੇ ਜਗ੍ਹਾ ਦਾ ਨੌਕਰ ਹੋਵੇ ਤੇ ਨੌਕਰ ਨੇ ਕੀ ਗੱਲ ਕਰਨੀ ਆ, ਉਹਨੇ ਤਾਂ ਡਰਨਾ ਹੀ ਆ ਨਾ ਵੀ ਉਹ ਇਤਨੀ ਦੂਰ ਬਹਿ ਜਾ, ਉਹਨੂੰ ਆਏ ਆ ਵੀ ਮੇਰੇ ਗੱਲ ਨਾ ਕੋਈ ਪੈ ਜੇ। ਸੋ ਇਹ ਡਰ ਉਹਨਾਂ ਦੀ ਆਪਦੀ ਜਿਹੜੀ ਇੱਕ ਮਾਨਸਿਕਤਾ 'ਚੋਂ ਨਿਕਲਿਆ ਹੋਇਆ ਡਰ ਆ, ਕਿਉਂਕਿ ਉਹ ਮਾਨਸਿਕਤਾ ਆਜ਼ਾਦ ਸੋਚ ਨੂੰ ਤਾਂ ਕਦੇ ਪ੍ਰਵਾਨ ਕਰਦੀ ਹੋਈ ਨਹੀਂ, ਤੇ ਆਜ਼ਾਦ ਆਪ ਹੀ ਹੈ ਨਹੀਂ ਜਦੋਂ ਮਾਨਸਿਕਤਾ, ਫਿਰ ਸੋਚ ਨੂੰ ਕਿਵੇਂ ਸਮਝੂ ਤੇ ਪ੍ਰਵਾਨ ਕਰੂ। ਵੀਸੀ ਇੱਕ ਮੋਹਰ ਆ ਸਿਰਫ, ਔਰ ਮੋਹਰ ਉੱਥੇ ਲੱਗਦੀ ਆ ਜਿੱਥੇ ਉਹਦੇ ਹਾਕਮ ਕਹਿੰਦੇ। ਇਹ ਗੱਲ ਚੱਲ ਰਹੀ ਆ ਦਿੱਲੀ ਤੋਂ, ਉਹ ਸਾਰੀ ਪਾਵਰ ਨੂੰ ਆਪਦੇ ਕੋਲੇ ਸੈਂਟਰਲਾਈਜ਼ ਕਰਨਾ ਚਾਹੁੰਦੀ ਹੈ। ਜੇ ਅੱਜ ਅਸੀਂ ਪੰਜਾਬੀਅਤ ਦੀ ਗੱਲ ਕਰਦੇ ਆ, ਆਪਦੇ ਪੰਜਾਬ ਦੀ ਗੱਲ ਕਰ ਸਕਦੇ ਆ, ਤੁਸੀਂ ਗੱਲ ਨਹੀਂ ਕਰ ਸਕਦੇ। ਹੋਰ 5 ਸਾਲਾਂ ਨੂੰ ਦੇਖ ਲਿਓ ਹੱਲ ਇੱਥੇ ਹਾਲ ਕੀ ਹੋਣਾ। ਕਿਸਾਨੀ ਕਾਨੂੰਨ ਆ ਜਿਹੜੇ, ਗੱਲ ਉੱਥੋਂ ਤੱਕ ਸੀਮਤ ਨਹੀਂ ਆ, ਗੱਲ ਸੈਨੇਟ ਇਲੈਕਸ਼ਨ ਤੱਕ ਸੀਮਤ ਵੀ ਨਹੀਂ ਆ, ਗੱਲ ਬਾਲੀ ਵੱਡੀ ਆ। ਜਦੋਂ ਤੱਕ ਤੁਸੀਂ ਖੁਦ ਮੁਖਤਿਆਰ ਨਹੀਂ ਹੋ, ਜੋ ਮਰਜ਼ੀ ਕਰੀ ਜਾਓ, ਤੁਸੀਂ ਕੁਝ ਨਹੀਂ ਹੋ ਸਕਦਾ। ਤੇ ਕਿਸਾਨੀ ਝੰਡਾ ਲਾਲ ਕਿਲੇ ਤੇ ਚੜਾਇਆ ਸੀ, ਉਹ ਤੁਸੀਂ ਅੱਜ ਉਹਦੀ ਅਹਿਮੀਅਤ ਨਹੀਂ ਸਮਝੋਗੇ, ਸਿਗਨੀਫੀਕੈਂਸ, ਬਟ ਆਉਣ ਵਾਲੀਆਂ ਨਸਲਾਂ ਨੂੰ ਉਹਦਾ ਜਮਾਂ ਹੀ ਕੋਈ ਵਹਿਮ ਹੀ ਨਹੀਂ ਹੋਊਗਾ ਵੀ ਉਹ ਗਲਤ ਸੀ ਕਿ ਠੀਕ ਸੀ। ਉਹਨਾਂ ਨੂੰ ਪਤਾ ਹੋਊਗਾ ਵੀ ਉਹ ਕੀ ਗੱਲ ਹੋਈ ਸੀ। ਇਹ ਜਿਹੜਾ ਇਸ ਪ੍ਰਸੰਗ 'ਚ ਆਪਾਂ ਦੇਖਦੇ ਆ ਨਾ ਅੱਜ ਜੋ ਵਾਪਰ ਰਿਹਾ, ਉਹਦੀ ਅਹਿਮੀਅਤ ਹਜੇ ਨਹੀਂ ਤੁਸੀਂ ਸਮਝੋਗੇ, ਆਉਣ ਵਾਲੇ ਸਮੇਂ 'ਚ ਉਹਦੀ ਅਹਿਮੀਅਤ ਨੂੰ ਸਮਝੋਗੇ। ਤੁਸੀਂ ਆਪਦੀ ਧਰਤੀ ਦੇ ਸਿਧਾਂਤਾਂ ਤੇ ਖੜ ਕੇ ਉਹਨਾਂ ਤੇ ਪਹਿਰਾ ਦੇ ਕੇ ਲੜਾਈ ਲੜੋ, ਜਿੱਤ ਤੁਹਾਡੀ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਅਮਨਪ੍ਰੀਤ ਸਿੰਘ ਪੰਜਾਬ ਯੂਨੀਵਰਸਿਟੀ ਜੀ ਮੌਜੂਦ ਹਾਂ। ਰੌਲਾ ਵੀਸੀ ਚੋਣਾਂ ਦਾ, ਨਾਲ ਦੀਪ ਸਿੱਧੂ ਮੌਜੂਦ ਨੇ। ਲੋਕਾਂ ਦਾ ਲੰਬਾ ਤਾਂਤਾ ਵੀ ਲੱਗਾ ਹੋਇਆ। ਸਿੱਧੂ ਵੀਰੇ, ਯੂਨੀਵਰਸਿਟੀ ਦਾ ਨਾਂ ਪੰਜਾਬ, ਕੱਲੇ ਪੰਜਾਬ ਦੇ ਕਾਲਜ ਦੇ ਨਾਲ ਜੁੜੇ ਹੋਏ, ਤੇ ਪੰਜਾਬੀਆਂ ਨੂੰ ਵੀਸੀ ਕਹਿੰਦਾ ਉਹ ਬਹਿ ਜਾਓ ਤਾਰਾਂ ਤੋਂ ਪਰਾਂ, ਤੇ 20 ਫੁੱਟ ਦੀ ਦੂਰੀ ਤੋਂ ਵੀ ਮਿਲਣਾ ਮੁਨਾਸਿਬ ਨਹੀਂ ਸਮਝਦਾ। ਇਹ ਜਿਹੜੀ ਕਰੰਟ ਰਜੀਮ ਪੈਦਾ ਹੋ ਰਹੀ ਹੈ 2014 ਤੋਂ ਬਾਅਦ, ਕਿਵੇਂ ਦੇਖਦੇ ਹੋ? ਪਹਿਲਾਂ JNU 'ਚ ਉੱਥੇ ਸਟੂਡੈਂਟਾਂ ਦੇ ਜੇ ਉਹਨਾਂ ਨੇ ਆਵਾਜ਼ ਚੱਕੀ ਤਾਂ ਉਹਨਾਂ ਦੀਆਂ ਡਸਟਬਿਨਾਂ 'ਚੋਂ ਕੰਡੋਮ ਵੀ ਗਿਣ ਲਏ ਜਾ ਕੇ। ਕਿਵੇਂ ਦੇਖਦੇ ਹੋ ਜਿਹੜਾ ਵਰਤਾਰਾ ਪੜ੍ਹਿਆ ਲਿਖਿਆ ਨਾਲ ਹੋ ਰਿਹਾ? ਬਾਈ ਜੀ ਗੱਲ ਆਏ ਆ, ਇਹ ਤੁਸੀਂ ਇੱਕ ਗੱਲ ਨੂੰ ਸਮਝੋ, ਇਹ ਇੱਕ ਪੋਲੀਟੀਕਲ ਡਿਜ਼ਾਈਨ 'ਚੋਂ ਨਿਕਲੀਆਂ ਹੋਈਆਂ ਗੱਲਾਂ। ਜਿਹੜੇ ਆ ਵੀਸੀ ਲੱਗੇ ਹੋਏ ਆ, ਜਿਹੜੇ ਹੋਰ ਇਹਨਾਂ ਦੇ ਥੱਲੇ ਆਪਰੇਟਿਵ ਜਿਹੜੇ ਆਫਿਸਰਸ ਆ, ਹੈ ਨਾ, ਐਡਮਿਨਿਸਟ੍ਰੇਟਿਵ ਆਫਿਸਰਸ ਆ, ਉਹ ਬੰਦੇ ਤਾਂ ਉਹਨਾਂ ਦੇ ਨੌਕਰ ਆ, ਉਹਨਾਂ ਦੇ ਕੋਲ ਕੋਈ ਕਿਸੇ ਤਰ੍ਹਾਂ ਦੀ ਕੋਈ ਪਾਵਰ ਨੂੰ ਆਪ ਵੀ ਐਕਸਰਸਾਈਜ਼ ਕਰਨ ਦੀ ਔਕਾਤ ਹੀ ਹੈ ਨਹੀਂ। ਉਹ ਤਾਂ ਪਾਣੀ ਭਰਦੇ ਆ ਆਪਦੇ ਉੱਤੇ ਜਿਹੜੇ ਬੈਠੇ ਉਹਨਾਂ ਦੇ ਹਾਕਮਾਂ ਦਾ, ਜਿਹੜਾ ਉਹਨਾਂ ਦੇ ਵੱਧ ਚਾਪਲੂਸੀ ਕਰ ਲੂਗਾ, ਉਹਨਾਂ ਦੇ ਅੰਦਰ ਉਹਨਾਂ ਦੇ ਅੱਗੇ ਵੱਧ ਝੁਕ ਜੂਗਾ, ਉਹ ਗਾਂ ਉਹ ਪੋਸਟਾਂ ਤੇ ਲਾ ਦੇਣਗੇ, ਉਹਨੂੰ ਮੰਤਰੀ ਵੀ ਬਣਾ ਦੇਣਗੇ, ਉਹਨਾਂ ਨੂੰ ਵੀਸੀ ਵੀ ਬਣਾ ਦੇਣਗੇ, ਉਹਨਾਂ ਨੂੰ ਹੋਰ ਵੱਡੇ ਵੱਡੇ ਅਹੁਦੇ ਵੀ ਦੇ ਦੇਣਗੇ। ਸੋ ਗੱਲ ਇਹ ਪੋਲੀਟੀਕਲ ਡਿਜ਼ਾਈਨ 'ਚੋਂ ਪੈਦਾ ਕੀਤੀਆਂ ਗਈਆਂ ਗੱਲਾਂ। ਵੀਸੀ ਹੁਣ ਵੀਸੀ ਆਪਾਂ ਕਿਸੇ ਜਗ੍ਹਾ ਦਾ ਨੌਕਰ ਹੋਵੇ ਤੇ ਨੌਕਰ ਨੇ ਕੀ ਗੱਲ ਕਰਨੀ ਆ, ਉਹਨੇ ਤਾਂ ਡਰਨਾ ਹੀ ਆ ਨਾ ਵੀ ਉਹ ਇਤਨੀ ਦੂਰ ਬਹਿ ਜਾ, ਉਹਨੂੰ ਆਏ ਆ ਵੀ ਮੇਰੇ ਗੱਲ ਨਾ ਕੋਈ ਪੈ ਜੇ। ਸੋ ਇਹ ਡਰ ਉਹਨਾਂ ਦੀ ਆਪਦੀ ਜਿਹੜੀ ਇੱਕ ਮਾਨਸਿਕਤਾ 'ਚੋਂ ਨਿਕਲਿਆ ਹੋਇਆ ਡਰ ਆ, ਕਿਉਂਕਿ ਉਹ ਮਾਨਸਿਕਤਾ ਆਜ਼ਾਦ ਸੋਚ ਨੂੰ ਤਾਂ ਕਦੇ ਪ੍ਰਵਾਨ ਕਰਦੀ ਹੋਈ ਨਹੀਂ, ਤੇ ਆਜ਼ਾਦ ਆਪ ਹੀ ਹੈ ਨਹੀਂ ਜਦੋਂ ਮਾਨਸਿਕਤਾ, ਫਿਰ ਸੋਚ ਨੂੰ ਕਿਵੇਂ ਸਮਝੂ ਤੇ ਪ੍ਰਵਾਨ ਕਰੂ। ਸੋ ਗੱਲ ਨੂੰ ਅਸੀਂ ਇਹ ਸਮਝੀਏ, ਵੀਸੀ ਇੱਕ ਮੋਹਰ ਆ ਸਿਰਫ, ਔਰ ਮੋਹਰ ਉੱਥੇ ਲੱਗਦੀ ਆ ਜਿੱਥੇ ਉਹਦੇ ਹਾਕਮ ਕਹਿੰਦੇ ਆ। ਇਹ ਗੱਲ ਚੱਲ ਰਹੀ ਆ ਦਿੱਲੀ ਤੋਂ। ਦਿੱਲੀ ਇਸ ਵੇਲੇ ਆਪਦੇ ਪੋਲੀਟੀਕਲ ਡਿਜ਼ਾਈਨ 'ਚੋਂ ਸਾਰੀ ਪਾਵਰ ਨੂੰ, ਚਾਹੇ ਯੂਨੀਵਰਸਿਟੀਜ਼ 'ਚ, ਸਾਡੇ ਇੰਸਟੀਟਿਊਸ਼ਨਸ 'ਚ ਹੋਵੇ, ਚਾਹੇ ਉਹ ਪੋਲੀਟੀਕਲ ਸਟਰਕਚਰ ਦੀ ਹੋਵੇ, ਚਾਹੇ ਸੋਸ਼ਲ ਸਟਰਕਚਰ ਦੀ ਹੋਵੇ, ਉਹ ਸਾਰੀ ਪਾਵਰ ਨੂੰ ਆਪਦੇ ਕੋਲੇ ਸੈਂਟਰਲਾਈਜ਼ ਕਰਨਾ ਚਾਹੁੰਦੀ ਆ, ਤਾਂ ਕਿ ਉਹ ਆਪਦੇ ਹਿਸਾਬ ਨਾਲ ਇਸ ਦੇਸ਼ ਨੂੰ, ਇੱਥੋਂ ਦੇ ਲੋਕਾਂ ਨੂੰ ਚਲਾ ਸਕੇ, ਉਹਨਾਂ ਨੂੰ ਪ੍ਰਭਾਸ਼ਿਤ ਕਰ ਸਕੇ। ਜੇ ਅੱਜ ਅਸੀਂ ਪੰਜਾਬੀਅਤ ਦੀ ਗੱਲ ਕਰਦੇ ਆ, ਆਪਦੇ ਪੰਜਾਬ ਦੀ ਗੱਲ ਕਰ ਸਕਦੇ ਆ, ਤੁਸੀਂ ਗੱਲ ਨਹੀਂ ਕਰ ਸਕਦੇ। ਹੋਰ 5 ਸਾਲਾਂ ਨੂੰ ਦੇਖ ਲਿਓ ਹੱਲ ਇੱਥੇ ਹਾਲ ਕੀ ਹੋਣਾ। ਸੋ ਅਸੀਂ ਆਪਦੀ ਹੋਂਦ ਦੀ ਲੜਾਈ ਲੜ ਰਹੇ ਹਾਂ। ਹੋਂਦ ਦੀ ਲੜਾਈ ਦੀ ਕਿੰਨੀਆਂ ਕੁ ਉਦਾਹਰਨਾਂ ਤੁਹਾਡੇ ਕੋਲੇ ਆਉਣਗੀਆਂ। ਮੈਂ ਇਹੀ ਗੱਲਾਂ ਤਾਂ ਪਹਿਲੇ ਦਿਨੋਂ ਕਰ ਰਿਹਾ ਵੀ 3 ਕਿਸਾਨੀ ਕਾਨੂੰਨ ਆ ਜਿਹੜੇ, ਗੱਲ ਉੱਥੋਂ ਤੱਕ ਸੀਮਤ ਨਹੀਂ ਆ, ਗੱਲ ਸੈਨੇਟ ਇਲੈਕਸ਼ਨ ਤੱਕ ਸੀਮਤ ਵੀ ਨਹੀਂ ਆ, ਗੱਲ ਬਾਲੀ ਵੱਡੀ ਆ। ਜਦੋਂ ਤੱਕ ਅਸੀਂ ਆਪਦੇ ਅਧਿਕਾਰ ਨਹੀਂ ਲੈਂਦੇ ਆਪਦੀ ਕਿਸਮਤ ਘੜਨ ਤੇ, ਸਾਡੀ ਇਸ ਖਿੱਤੇ ਨੂੰ ਅਸੀਂ ਆਪਦੇ ਹਿਸਾਬ ਨਾਲ ਪਾਲਿਸੀਜ਼ ਨਹੀਂ ਘੜਦੇ। ਜਿਹੜੇ ਗੱਲ ਸਾਡੀ 78 ਤੋਂ ਸ਼ੁਰੂ ਹੋ ਗਈ ਸੀ ਵੀ ਫੈਡਰਲ ਢਾਂਚੇ ਦੀ ਗੱਲ ਕਰੋ, ਖੁਦ ਮੁਖਤਿਆਰੀ ਦੀ ਗੱਲ ਕਰੋ, ਜਦੋਂ ਤੱਕ ਤੁਸੀਂ ਖੁਦ ਮੁਖਤਿਆਰ ਨਹੀਂ ਹੋ, ਜੋ ਮਰਜ਼ੀ ਕਰੀ ਜਾਓ, ਤੁਸੀਂ ਕੁਝ ਨਹੀਂ ਹੋ ਸਕਦਾ। ਅੱਛਾ ਦੀਪ ਵੀਰੇ, ਜਿਹੜੀ ਗੱਲ ਹੈ ਕਿ ਤੁਹਾਨੂੰ ਨਹੀਂ ਲੱਗਦਾ ਕਿ ਇਸ ਖਿੱਤੇ ਦੇ ਲੋਕਾਂ 'ਚ ਇੱਕ ਮੋੜ ਆਇਆ? ਕਿਉਂਕਿ ਅੱਗੇ ਸਿਰਫ ਇਹ ਹੁੰਦਾ ਸੀਗਾ ਕਿ ਸਿਰਫ ਗਰਮ ਖਿਆਲੀ ਨਾਲ ਕੰਮ ਲਿਆ ਜਾਂਦਾ ਸੀ। ਅੱਜ ਇੱਥੇ ਵੀ ਕਿਤਾਬ ਘਰ ਖੁੱਲ੍ਹ ਗਿਆ, ਹੁਣ ਪੰਜਾਬੀ ਕਿਤਾਬਾਂ ਅੰਦੋਲਨਾਂ 'ਤੇ ਪੜ੍ਹਦੇ ਆ। ਜੇ ਨੈਸ਼ਨਲ ਮੀਡੀਆ ਆਇਆ ਤਾਂ ਕੰਧ ਬਣ ਕੇ ਪੰਜਾਬੀ ਮੀਡੀਆ ਖੜ ਗਿਆ, ਨਵੇਂ ਮੀਡੀਆ ਹਾਊਸਿਸ ਆਏ, ਉਹਨਾਂ ਨੇ ਗੱਲ ਕਰੀ।
ਤੇ ਗੱਲ ਇਹ ਵੀ ਹੋ ਰਹੀ ਹੈ, ਕਹਿੰਦੇ ਯੂਨੀਵਰਸਿਟੀ ਤੋਂ ਬਾਅਦ ਹੁਣ ਪੰਜਾਬ ਦੇ ਕਾਲਜ ਵੀ ਐਫੀਲੀਏਟ ਕਰਨੇ ਆ, ਰੋਪੜ ਤੇ ਲੁਧਿਆਣੇ ਤੋਂ ਸ਼ੁਰੂ ਕਰਕੇ, ਤੇ ਜਿਹੜਾ ਰਾਜਪਾਲ ਵੀ ਅੱਡ ਲਾਉਣਾ ਹੈ। ਇਹ ਤੇ ਵੀ ਆਪਦੀ ਟਿੱਪਣੀ ਦੇ ਦਿਓ, ਤੇ ਜਿਹੜਾ ਪੰਜਾਬੀਆਂ 'ਚ ਮੋੜਾ ਪੈ ਰਿਹਾ ਇਹ ਤੇ ਵੀ ਆਪਣੀ ਉਹ ਦੇ ਦਿਓ। ਨਹੀਂ, ਗੱਲ ਦੋ ਤਰ੍ਹਾਂ ਦੀ ਕਰ ਰਹੇ ਹੋ ਤੁਸੀਂ। ਸਰਕਾਰ ਇੱਕ ਗੱਲ ਕਰ ਰਹੀ ਆ ਤੇ ਅਸੀਂ ਇੱਕ ਅੱਡ ਗੱਲ ਕਰ ਰਹੇ ਹਾਂ। ਇਹ ਗੱਲ ਇਹ ਸੁਭਾਵਿਕ ਆ। ਜਦੋਂ ਦੇਖੋ ਪੰਜਾਬ ਦੇ ਜਿਹੜੇ ਮਸਲੇ ਆ ਨਾ, ਇਸ ਗੱਲ ਨੂੰ ਪਹਿਲਾਂ ਸਮਝੀਏ ਅਸੀਂ। ਪੰਜਾਬ ਦੇ ਮਸਲੇ ਇਕਨੋਮਿਕ ਮਸਲੇ ਨਹੀਂ ਆ, ਸਾਨੂੰ ਰੋਟੀ ਪਾਣੀ ਦਾ ਮਸਲਾ ਨਹੀਂ ਆ ਉਸ ਲੈਵਲ ਤੱਕ। ਅੱਜ ਸਾਡੀ ਹੋਂਦ ਦਾ ਮਸਲਾ ਜ਼ਿਆਦਾ ਸਾਡੇ ਲਈ ਅਹਿਮ ਆ। ਜਦੋਂ ਕਿਸਾਨੀ ਸੰਘਰਸ਼ ਉੱਠਿਆ ਉਹ ਵੀ ਹੋਂਦ ਦੇ ਮਸਲੇ ਤੋਂ ਹੀ ਉੱਠਿਆ ਨਾ। ਸੋ ਜੇ ਅੱਜ ਪੰਜਾਬ ਯੂਨੀਵਰਸਿਟੀ ਨੂੰ ਅਸੀਂ ਬਚਾਉਣ ਦੀ ਗੱਲ ਕਰ ਰਹੇ ਹਾਂ ਜਾਂ ਇੱਥੇ ਸਾਡੇ ਇੱਕ ਆਪਦੀ ਦਾਅਵੇਦਾਰੀ ਦੀ ਗੱਲ ਕਰ ਰਹੇ ਹਾਂ, ਇਹ ਵੀ ਸਾਡੀ ਹੋਂਦ ਹੀ ਹੈ ਨਾ, ਸਾਡੀ ਕਲਚਰਲ, ਸਾਡੀ ਇੱਕ ਪੰਜਾਬੀਅਤ ਦੀ ਹੋਂਦ ਆ ਇੱਥੇ ਵੱਸਦੀ। ਇਸ ਕਰਕੇ ਜਦੋਂ ਹੋਂਦ ਦਾ ਮਸਲਾ ਕੌਮਾਂ ਤੇ ਉੱਠੂਗਾ, ਕੌਮਾਂ ਦੇ ਸੰਘਰਸ਼ੀ ਬੰਦੇ ਜਿਨ੍ਹਾਂ ਦੀਆਂ ਜ਼ਮੀਰਾਂ ਜਾਗਦੀਆਂ ਉੱਠਣਗੇ ਤੇ ਉਹਨਾਂ ਨੇ ਫਿਰ ਆਪਦਾ ਇੱਕ ਬਿਰਤਾਂਤ ਵੀ ਰਚਣਾ ਹੁੰਦਾ। ਉਹ ਉੱਠ ਕੇ ਲੋਕਾਂ ਨੂੰ ਜਗਾਉਂਦੇ ਆ, ਉਹ ਬਿਰਤਾਂਤ ਨੇ ਲੋਕਾਂ ਨੂੰ ਜਗਾਉਣਾ ਹੁੰਦਾ। ਸੋ ਇਹ ਸਾਰਾ ਤੁਸੀਂ ਜਿਹੜਾ ਪ੍ਰੋਸੈਸ ਆ, ਇਹ ਡਿਸਕੋਰਸ ਆ, ਇਹ ਕਿਸਾਨੀ ਸੰਘਰਸ਼ 'ਚ ਦੇਖਿਆ। ਅੱਜ ਉਸ ਕਿਸਾਨੀ ਸੰਘਰਸ਼ ਦੇ ਇਸ ਡਿਸਕੋਰਸ ਦੇ ਕਰਕੇ ਹੀ ਜੋ ਇੱਕ ਪੋਲੀਟੀਕਲ ਅਵੇਅਰਨੈਸ ਆ ਗਈ, ਜੋ ਇੱਕ ਪੋਲੀਟੀਕਲ ਕੌਨਸ਼ੀਅਸਨੈਸ ਆ ਗਈ ਸਾਡੀ ਕੌਮ 'ਚ, ਉਹ ਇਸੇ ਕਰਕੇ ਆਈ ਆ ਕਿਉਂਕਿ ਅਸੀਂ ਆਲਰੇਡੀ ਇੱਕ ਸੰਘਰਸ਼ ਜਿਹੜਾ ਪਿਛਲੇ 9 ਮਹੀਨਿਆਂ ਤੋਂ ਨਿਰੰਤਰ ਚਾਲੂ ਆ, ਅਸੀਂ ਲੜ ਰਹੇ ਹਾਂ। ਸੋ ਹੁਣ ਜਿਹੜੇ ਇਸ਼ੂਜ਼ ਨੂੰ ਅਸੀਂ ਆਈਡੈਂਟੀਫਾਈ ਕਰ ਰਹੇ ਹਾਂ, ਇਹ ਪਹਿਲਾਂ ਹੀ ਲੰਘ ਗਏ। ਪਹਿਲਾਂ 70-75 ਸਾਲ ਲੰਘਦੇ ਰਹੇ, ਵਿੱਚ ਦੀ ਸੰਘਰਸ਼ ਉੱਠ ਕੇ ਫਿਰ ਉਹਦਾ ਕੁਝ ਨਹੀਂ ਬਣਦਾ ਸੀ। ਪਰ ਹੁਣ ਇਹ ਜਦੋਂ ਅਸੀਂ ਇਹ ਗੱਲ ਕਹਿਤੀ ਬਾਈ ਜੀ ਹੁਣ ਤਾਂ ਲਾਸਟ ਲੜਾਈ ਲੜ ਰਹੇ ਹਾਂ, ਹਾਂ, ਤੇ ਫਿਰ ਤਾਂ ਉਹ ਜਿਹੜੇ ਅੰਦਰ ਉਹਨਾਂ ਦੇ ਸਬਕੌਂਸ਼ੀਅਸ ਮਾਈਂਡ 'ਚ ਸੀ ਨਾ, ਉਹ ਗੱਲ ਕਿਵੇਂ ਸਾਹਮਣੇ ਆਈ। ਕਈ ਵਾਰੀ ਇਹ ਜਿਹੜੇ ਵਰਤਾਰੇ ਹੁੰਦੇ ਆ ਨਾ ਪ੍ਰੈਜ਼ੈਂਟ ਦੇ, ਜਿਹੜੇ ਇਸ ਵਰਤਮਾਨ ਦੇ ਪ੍ਰਸੰਗ 'ਚ ਉਹਦੀ ਅਹਿਮੀਅਤ ਸਮਝੀ ਨਹੀਂ ਜਾ ਸਕਦੀ ਹੁੰਦੀ, ਉਹਦੀ ਅਹਿਮੀਅਤ ਜਮਾਂ ਹੀ ਨਹੀਂ ਸਮਝੀ ਜਾ ਸਕਦੀ ਹੁੰਦੀ। ਜਿਵੇਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, 2 ਐਗਜ਼ਾਮਪਲ। ਜਿੱਦਾਂ 26 ਜਨਵਰੀ ਨੂੰ ਨਿਸ਼ਾਨ ਸਾਹਿਬ ਤੇ ਕਿਸਾਨੀ ਝੰਡਾ ਲਾਲ ਕਿਲੇ ਤੇ ਚੜਾਇਆ ਸੀ, ਉਹ ਤੁਸੀਂ ਅੱਜ ਉਹਦੀ ਅਹਿਮੀਅਤ ਨਹੀਂ ਸਮਝੋਗੇ, ਸਿਗਨੀਫੀਕੈਂਸ, ਬਟ ਆਉਣ ਵਾਲੀਆਂ ਨਸਲਾਂ ਨੂੰ ਉਹਦਾ ਜਮਾਂ ਹੀ ਕੋਈ ਵਹਿਮ ਹੀ ਨਹੀਂ ਹੋਊਗਾ ਵੀ ਉਹ ਗਲਤ ਸੀ ਕਿ ਠੀਕ ਸੀ। ਉਹਨਾਂ ਨੂੰ ਪਤਾ ਹੋਊਗਾ ਵੀ ਉਹ ਕੀ ਗੱਲ ਹੋਈ ਸੀ, ਉਹਦੀ ਅਹਿਮੀਅਤ ਕੀ ਸੀ। ਸੋ ਇਸ ਕਰਕੇ ਇਹ ਜਿਹੜਾ ਇਸ ਪ੍ਰਸੰਗ 'ਚ ਆਪਾਂ ਦੇਖਦੇ ਹਾਂ ਨਾ ਅੱਜ ਜੋ ਵਾਪਰ ਰਿਹਾ, ਉਹਦੀ ਅਹਿਮੀਅਤ ਹਜੇ ਨਹੀਂ ਤੁਸੀਂ ਸਮਝੋਗੇ, ਆਉਣ ਵਾਲੇ ਸਮੇਂ 'ਚ ਉਹਦੀ ਅਹਿਮੀਅਤ ਨੂੰ ਸਮਝੋਗੇ ਤੁਸੀਂ। ਆਖਰੀ ਸਵਾਲ ਲੱਗਦਾ ਹੈ, ਕਿਉਂਕਿ ਸਾਰੇ ਦੇਸ਼ ਨੇ ਚੁੱਪ ਕਰ ਲਏ, ਜੇ ਹੋਰ ਸਟੇਟਾਂ ਦੀ ਗੱਲ ਕਰੀਏ ਤਾਂ ਹੁਣ ਇੱਥੇ ਕਿਹਾ ਇਹੀ ਜਾ ਰਿਹਾ ਕਿ ਕਿਸੇ ਸਮੇਂ ਜੋ ਰੂਸ ਵਰਗੇ ਮੁਲਕਾਂ 'ਚ ਹੁੰਦਾ ਸੀ, ਉਹ ਡਿਕਟੇਟਰਸ਼ਿਪ ਇੱਥੇ ਆਉਣ ਜਾ ਰਹੀ ਹੈ। ਤੁਹਾਨੂੰ ਲੱਗਦਾ ਹੈ ਵੀ ਪੰਜਾਬੀ ਇਹਨੂੰ ਬੰਨ ਮਾਰ ਕੇ ਇਤਿਹਾਸ ਦੇ ਵਿੱਚ ਇੱਕ ਸਿਰਜਣਾਤਮਕ ਬ੍ਰਿਤਾਂਤ ਰਚ ਦੇਣਗੇ ਤੇ ਮੋੜਾ ਜਿਹੜਾ ਉਹ ਪੰਜਾਬੀ ਪਾਉਣਗੇ, ਤੇ ਜਿਹੜਾ ਇਤਿਹਾਸ ਦਾ ਜੋ ਤਾਜ ਹੈ ਉਹ ਪੰਜਾਬੀਆਂ ਦੇ ਸਿਰ ਤੇ ਸਜਿਆ ਜਾਊ, ਕਿਉਂਕਿ ਜਿਹੜੇ ਹਿਸਾਬ ਨਾਲ ਪੰਜਾਬੀਆਂ ਦੀ ਭੂਮਿਕਾ ਹੁਣ ਦਿਨ ਪਰ ਦਿਨ ਉੱਭਰ ਰਹੀ ਹੈ। ਇੱਕ ਗੱਲ ਮੈਂ ਤੁਹਾਨੂੰ ਦੱਸਦਾ, ਦੇਖੋ ਜਦੋਂ ਆਪਾਂ ਪੰਜਾਬੀਅਤ ਦੀ ਗੱਲ ਕਰਦੇ ਹਾਂ, ਪੰਜਾਬ ਦੀ ਗੱਲ ਕਰਦੇ ਹਾਂ, ਉਦੋਂ ਸਿੱਖ ਇਤਿਹਾਸ ਜਾਂ ਸਿੱਖ ਗੁਰੂਆਂ ਦੀ ਗੱਲ ਕਰਦੇ ਹਾਂ ਜਾਂ ਉਹਨਾਂ ਫਲਸਫਿਆਂ ਤੇ ਸਿਧਾਂਤਾਂ ਦੀ ਗੱਲ ਕਰਦੇ ਹਾਂ ਜਿਹੜੇ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਦਿੱਤੇ। ਜਿਹੜੀ ਗੱਲ ਤੁਸੀਂ ਇਹ ਕਹਿੰਦੇ ਹੋ ਵੀ ਉਹ ਇਤਿਹਾਸ ਇਹ ਰਚਿਆ ਜਾਊਗਾ ਵੀ ਪੰਜਾਬ ਨੇ ਮੋੜਾ ਪਾਇਆ, ਜਾਂ ਇਹ ਰਚਿਆ ਜਾਊਗਾ ਵੀ ਪੰਜਾਬ ਦੇ ਲੋਕ ਖੜੇ ਹੋ ਗਏ ਸਾਹਮਣੇ, ਤਾਂ ਮੈਂ ਇੱਕ ਗੱਲ ਤੁਹਾਨੂੰ ਦੱਸਾਂ, ਜੇ ਤੁਸੀਂ ਸਿਧਾਂਤਾਂ ਤੇ ਆਪਦੇ ਧਰਤੀ ਦੇ ਸਿਧਾਂਤਾਂ ਤੇ ਇੱਥੇ ਜੇ ਤੁਸੀਂ ਕਹੋਗੇ ਕਿਸੇ ਹੋਰ ਸਿਧਾਂਤ ਨੂੰ ਅਸੀਂ ਵਰਤ ਕੇ ਤੇ ਲੜਾਈ ਜਿੱਤ ਲਾਂਗੇ, ਨਹੀਂ, ਆਪਦੀ ਧਰਤੀ ਦੇ ਸਿਧਾਂਤਾਂ ਤੇ ਖੜ ਕੇ ਉਹਨਾਂ ਤੇ ਪਹਿਰਾ ਦੇ ਕੇ ਲੜਾਈ ਲੜੋ, ਜਿੱਤ ਤੁਹਾਡੀ ਆ। ਲੱਗਦਾ ਦੇ ਰਹੇ ਆ ਪਹਿਰਾ। ਬਿਲਕੁਲ, ਦੇਖੋ ਇਹ ਤੁਹਾਡੇ ਸਾਹਮਣੇ ਆ, ਪ੍ਰਤੱਖ ਆ। ਜੋ 26 ਜਨਵਰੀ ਨੂੰ ਲਾਲ ਕਿਲੇ ਤੇ ਹੋਇਆ ਸੀ, ਉਹ ਕੀ ਹੋਇਆ ਸੀ? ਉਹ ਇੱਕ ਵਹਿਣ ਸੀ, ਉਹ ਕੋਈ ਗਿਣੀ ਮਿਥੀ ਕੋਈ ਗੱਲ ਥੋੜੀ ਸੀ ਵੀ ਕੋਈ ਮਿੱਥ ਕੇ ਗਿਆ ਸੀ, ਕੋਈ ਗਿਣੀ ਮਿਥੀ ਗੱਲ ਸੀ, ਕੋਈ ਗਿਣਤੀਆਂ ਮਿਹਨਤੀਆਂ ਸੀ, ਉਹ ਇੱਕ ਵਹਿਣ ਸੀ। ਉਸ ਵਹਿਣ 'ਚੋਂ ਸੰਗਤ ਨੇ ਜਾ ਕੇ ਉੱਥੇ ਨਿਸ਼ਾਨ ਸਾਹਿਬ ਚਲਾਤੇ। ਨਿਸ਼ਾਨ ਸਾਹਿਬ ਉਹ ਕਿੱਡੀ ਚੜ੍ਹਦੀ ਕਲਾ ਸੀ। ਹੁਣ ਜਦੋਂ ਤੁਹਾਡੇ ਬੈਲੈਂਸ ਆਫ ਪਾਵਰ ਵੀ ਨਾ ਹੋਵੇ, ਇੱਕ ਪਾਸੇ ਤਾਂ ਸਟੇਟ ਖੜਾ ਪੂਰਾ, ਇੱਕ ਪਾਸੇ ਤੁਹਾਡੇ ਕੋਲੇ ਕੁਛ ਚੁਣਿੰਦਾ ਲੋਕ ਜਿਨ੍ਹਾਂ ਕੋਲੇ ਕੁਛ ਨਹੀਂ ਆ, ਸਿਰਫ ਇੱਕ ਜਜ਼ਬਾ, ਉਹ ਜਾ ਕੇ ਆਪਦਾ ਉੱਥੇ ਨਿਸ਼ਾਨ ਸਾਹਿਬ ਚਲਾ ਜਾਂਦੇ ਆ। ਇਹ ਕੋਈ ਮਾੜੀ ਧੀੜੀ ਗੱਲ ਥੋੜੀ ਹੋਈ ਸੀ। ਸੋ ਤੁਸੀਂ ਜੇ ਇਹ ਕਹੋ ਵੀ ਮੋੜਾ ਪਾਉਣਾ ਤੇ ਆਪਦੇ ਸਿਰ ਤੇ ਤਾਜ ਸਜਾਉਣਾ ਵੀ ਇਹ ਸਾਰੇ ਵਹਿਣ ਨੂੰ, ਇਹ ਨਿਊ ਵਰਲਡ ਆਰਡਰ ਨੂੰ ਅਸੀਂ ਠੱਲ ਪਾਈ ਆ, ਤਾਂ ਜਿੰਨੀ ਛੇਤੀ ਇਸ ਗੱਲ ਨੂੰ ਪਛਾਣ ਲਓਗੇ ਵੀ ਪੰਥਕ ਸਿਧਾਂਤਾਂ ਤੇ ਪਹਿਰਾ ਦੇ ਦੋਗੇ, ਫੇਰ ਹੀ ਗੱਲ ਬਣੂਗੀ। ਕਿਉਂਕਿ ਉਹ ਗੁਰੂ ਸਾਹਿਬਾਨ, ਸਾਡੇ ਰਹਿਬਰ, ਸਾਡੇ ਸਿੰਘ ਸ਼ਹੀਦ ਕਦੇ ਵੀ ਆਪਦੇ ਹੱਕਾਂ ਲਈ ਜਾਂ ਆਪਦੇ ਨਿੱਜ ਲਈ ਨਹੀਂ ਲੜੇ ਸੀ।
ਉਹ ਮਾਨਵ ਜਾਤੀ ਦੇ ਹੱਕਾਂ ਲਈ, ਮਾਨਵ ਇਸ ਮਾਨਸ ਜਾਤੀ ਦੇ ਹੱਕ ਹਕੂਕ ਦੀ ਲੜਾਈ ਲੜ ਕੇ ਗਏ ਆ। ਤੁਸੀਂ ਪੂਰਾ ਸਿੱਖ ਇਤਿਹਾਸ ਕੱਢ ਲਓ, ਕੋਈ ਨੁਕਸ ਕੱਢ ਕੇ ਦਿਖਾ ਦਿਓ ਉਹਦੇ 'ਚ। ਜੇ ਤੁਸੀਂ ਐਡੀ ਵੱਡੀ ਵਿਚਾਰਧਾਰਾ ਜਿਹੜੀ ਤੁਹਾਡੀ ਆਪਦੀ ਆ, ਐਡੀ ਵੱਡੀ ਲੜਾਈ ਸਦੀਆਂ ਤੋਂ ਅਸੀਂ ਲੜੇ ਜਾ ਰਹੇ ਹਾਂ, ਕਿਸ ਖਾਤਰ? ਹਿਊਮਨ ਰਾਈਟਸ ਤੇ, ਸਿਰਫ ਹਿਊਮਨ ਰਾਈਟਸ ਤੇ। ਜੇ ਤੁਸੀਂ ਉਹਨੂੰ ਨਹੀਂ ਪਛਾਣ ਪਾ ਰਹੇ ਤਾਂ ਤੁਸੀਂ ਕਹੋਗੇ ਅਸੀਂ ਮੋੜਾ ਕਿਸੇ ਹੋਰ ਪਾਸਿਓਂ ਲਾ ਕੇ ਦੇ ਦਾਂਗੇ, ਉਹ ਨਹੀਂ ਹੋਣਾ। ਇਹ ਤਾਂ ਪੰਥਕ ਸਿਧਾਂਤਾਂ ਨੇ ਹੀ ਮੋੜਾ ਪਾਉਣਾ। ਇਹ ਅੱਜ ਸਮਝ ਲਓ, ਇਹ ਕੱਲ੍ਹ ਸਮਝ ਲਓ। ਜਦੋਂ ਤੱਕ ਤੁਸੀਂ 10ਵੇਂ ਪਾਤਸ਼ਾਹ ਨੂੰ ਨਤਮਸਤਕ ਹੋ ਕੇ, ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੋ ਕੇ ਅੱਗੇ ਨਹੀਂ ਵਧਦੇ ਤੇ ਇਹਨਾਂ ਸੈਂਟਰ ਸਰਕਾਰ ਨਾਲ ਮੱਥਾ ਨਹੀਂ ਲਾਉਂਦੇ, ਬਾਕੀ ਆਪਾਂ ਕਿਸੇ ਦੇ ਉਲਟ ਨਹੀਂ ਆ, ਬਾਕੀਆਂ ਨੇ ਪਿੱਛੇ ਆ ਜਾਣਾ ਹੁੰਦਾ। ਪਰ ਜਿਹੜੇ ਮੋਹਰੀ ਆ ਉਹ ਇਹ ਬੰਦੇ ਪਹਿਲਾਂ ਵੀ ਸੀ 26 ਤਾਈਂ ਤੇ ਹੁਣ ਵੀ ਉਹੀ ਹੋਣਗੇ। ਜਿੰਨੀ ਛੇਤੀ ਇਸ ਗੱਲ ਨੂੰ ਆਈਡੈਂਟੀਫਾਈ ਕਰ ਲਓਗੇ, ਪਛਾਣ ਲਓਗੇ, ਅਸੀਂ ਉਨੀ ਛੇਤੀ ਆਪਦੀ ਲੜਾਈ ਜਿੱਤ ਲਾਂਗੇ। ਬਹੁਤ ਸਾਰੇ ਲੋਕ ਇਹ ਕਹਿੰਦੇ ਆ ਕਿ ਹੁਣ ਸਮਾਂ ਬਦਲ ਗਿਆ, ਪੰਜਾਬੀਆਂ ਨੂੰ ਤਰੀਕਾ ਗਾਂਧੀ ਜੀ ਵਾਲਾ ਹੋਣਾ ਚਾਹੀਦਾ, ਕਹਿੰਦੇ ਵੀਰ ਰਸ ਨਹੀਂ ਹੋਣਾ ਚਾਹੀਦਾ। ਦੋਵਾਂ ਪੱਖਾਂ 'ਚ ਤੁਸੀਂ ਕਿਹਦੀ ਵਕਾਲਤ ਕਰਦੇ ਹੋ? ਬਾਈ ਜੀ ਗੱਲ ਸਮਝੋ ਤੁਸੀਂ, ਜੇ ਅਸੀਂ ਸਿੱਖ ਇਤਿਹਾਸ ਦੀ ਗੱਲ ਕਰਦੇ ਹਾਂ, ਉੱਥੇ 5ਵੇਂ ਪਾਤਸ਼ਾਹ ਦੀ ਸ਼ਹਾਦਤ ਵੀ ਪਈ ਆ, ਜਿਹੜੀ ਜਮਾਂ ਸ਼ਾਂਤਮਈ ਸ਼ਹਾਦਤ ਸੀ। ਜੇ ਅਸੀਂ ਸਿੱਖ ਇਤਿਹਾਸ ਦੀ ਗੱਲ ਕਰਦੇ ਹਾਂ ਤਾਂ ਉੱਥੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਵੀ ਆ। ਉੱਥੇ ਸਾਡੇ ਸਿੰਘਾਂ ਸ਼ਹੀਦਾਂ ਦੀ, ਸਾਡੇ ਹੋਰ ਜਿਹੜੇ ਸਾਡੇ ਗੁਰੂ ਸਾਹਿਬ ਸੀ ਉਹਨਾਂ ਦਾ ਜਿਸ ਤਰ੍ਹਾਂ ਆਪਦਾ ਪਰਿਵਾਰ ਵਾਰ ਗਏ, ਉਹ ਸਭ ਇਤਿਹਾਸ ਵੀ ਸਾਡੇ ਕੋਲੇ ਪਿਆ। ਜਿਹੜੇ ਸੰਘਰਸ਼ ਹੁੰਦੇ ਆ ਨਾ, ਇਹਦੇ 'ਚ ਬਾਉਂਡਰੀਜ਼ ਨਹੀਂ ਹੁੰਦੀਆਂ। ਇਹਦੇ 'ਚ ਜਿਹੜੀ ਆ ਡੈਫੀਨੇਸ਼ਨਸ ਆਪਾਂ ਪਰਿਭਾਸ਼ਿਤ ਕਰ ਦਿੰਨੇ ਆ ਨਾ ਵੀ ਇਹ ਤਾਂ ਸ਼ਾਂਤਮਈ ਆ, ਆਹ ਦੇਖੋ ਜੀ ਅਸੀਂ ਵਾਇਲੈਂਟ ਹੋ ਗਏ, ਉਹ ਨਹੀਂ ਹੁੰਦਾ। ਇੱਕ ਵਹਿਣ ਹੁੰਦਾ। ਉਹਨੇ ਇਤਿਹਾਸਿਕ ਕਿਸੇ ਮੋੜ ਤੇ ਆ ਕੇ ਕਿਸ ਪਾਸੇ ਨੂੰ ਮੋੜ ਲੈ ਜਾਣਾ, ਕਿਸ ਪਾਸੇ ਨੂੰ ਵਹਿ ਜਾਣਾ, ਕਿਹੜੀ ਧਾਰਾ 'ਚ ਵਗ ਜਾਣਾ, ਉਹ ਉਸ ਵੇਲੇ ਦੇ ਕੁਛ ਜਿਹੜੇ ਉਸ ਵੇਲੇ ਦੇ ਬੜੇ ਤਰ੍ਹਾਂ ਦੇ ਸੂਰਤੇ ਹਾਲ ਡਿਸਾਈਡ ਕਰਦੇ ਆ, ਹੈ ਨਾ। ਸੋ ਇਸ ਕਰਕੇ ਤੁਸੀਂ ਇਹ ਨਾ ਕਹੋ ਵੀ ਅਸੀਂ ਸ਼ਾਂਤਮਈ ਚੱਲਾਂਗੇ ਤਾਂ ਹੀ ਹੱਲ ਮਿਲੂ, ਜਾਂ ਅਸੀਂ ਨਹੀਂ ਸ਼ਾਂਤਮਈ ਚੱਲਾਂਗੇ ਤਾਂ ਹੱਲ ਮਿਲੂਗਾ। ਸਾਨੂੰ ਵਹਿਣ 'ਚ ਵਹਿਣਾ ਪੈਣਾ। ਤੁਸੀਂ ਆਪਦੇ ਸੰਘਰਸ਼ ਨਾਲ ਇਮਾਨਦਾਰ ਰਹੋ। ਜਦੋਂ ਤੁਸੀਂ ਸੰਘਰਸ਼ ਨਾਲ ਇਮਾਨਦਾਰ ਹੋ ਤੇ ਵਹਿਣ 'ਚ ਵਹਿ ਰਹੇ ਹੋ, ਫਿਰ ਇਹ ਗੱਲਾਂ ਮੈਟਰ ਨਹੀਂ ਕਰਦੀਆਂ। ਫਿਰ ਉਹ ਪਰਿਭਾਸ਼ਾ ਉੱਥੇ ਜਾਂ ਇਹ ਜਿਵੇਂ ਅਸੀਂ ਡਿਫਾਈਨ ਕਰਦੇ ਹਾਂ ਨਾ, ਉਹ ਡੈਫੀਨੇਸ਼ਨਸ ਉੱਥੇ ਐਪਲੀਕੇਬਲ ਹੀ ਨਹੀਂ ਆ। ਸੋ ਇਹ ਉਦੋਂ ਹੀ ਗੱਲ ਸਮਝ ਆਉਂਦੀ ਹੈ ਜਦੋਂ ਅਸੀਂ ਸੰਘਰਸ਼ ਦੇ ਵਿੱਚ ਗਰਾਊਂਡ ਤੇ ਖੜ ਕੇ ਸੰਘਰਸ਼ ਲੜ ਰਹੇ ਹੁੰਦੇ ਆ। ਜੇ ਡਰਾਇੰਗ ਰੂਮਾਂ 'ਚ ਬੈਠ ਕੇ ਅਸੀਂ ਫੇਸਬੁੱਕਾਂ ਤੇ ਸਿਰਫ ਆਪਦੇ ਕਮੈਂਟ ਦੇਣੇ ਆ, ਫਿਰ ਉੱਥੇ ਸਾਨੂੰ ਐਂ ਲੱਗਦਾ ਵੀ ਆਹ ਦੇਖੋ ਆ ਗਾਂਧੀ ਜੀ ਵਾਲੀ ਲੜਾਈ ਲੜ ਲੈਂਦੇ ਯਾਰ। ਤੁਸੀਂ ਇੱਕ ਗੱਲ ਦੱਸੋ, ਫਿਰ 10ਵੇਂ ਪਾਤਸ਼ਾਹ ਨੇ ਗੱਲ ਕਹੀ ਸੀ, ਇਹ ਗੱਲ ਉਹਨਾਂ ਨੇ ਆਪ ਕਹੀ, ਕੋ किसी को राज ना दे है, जो ले है निज बल से ले है, और राज बिना ना धर्म चले है, धर्म बिना सब दले मले है ना। फिर जे पहले पातशाह श्री गुरु नानक साहब ये कहते, जिनको प्रेम खेलन का चाओ, सिर धर तली गली मोरी आओ, इत मार्ग पैर धरीजे, सिर दीजे पर कहान ना कीजे। सो तुसी देखो गल कित्थे हुंदी आ। ਅਗਲੀ ਗੱਲ ਜਿਵੇਂ ਤੁਸੀਂ ਵਾਇਲੈਂਸ ਨੂੰ ਡਿਫਾਈਨ ਕਰਦੇ ਹੋ ਨਾ, ਜਾਂ ਜਿਵੇਂ ਇਹ ਅੱਜ ਦੀ ਮਾਡਰਨ ਐਜੂਕੇਸ਼ਨ ਆ ਇੱਕ ਨੈਸ਼ਨਲਿਜ਼ਮ ਵਾਇਲੈਂਸ ਨੂੰ ਡਿਫਾਈਨ ਕਰਦਾ। ਜੇ ਗੀਤਾ ਨਿਕਲੀ, ਉਹ ਕਿੱਥੋਂ ਨਿਕਲੀ ਸੀ ਬਾਈ? ਮਹਾਭਾਰਤ ਦੇ ਯੁੱਧ 'ਚੋਂ, ਜਿਹੜਾ ਕਹਿੰਦੇ ਉਸ ਵੇਲੇ ਧਰਤੀ ਕੁਰੂਕਸ਼ੇਤਰ ਦੀ ਲਾਲ ਹੋ ਗਈ ਸੀ, ਇੰਨੇ ਬੰਦੇ ਮਰੇ ਸੀ ਉੱਥੋਂ, ਤੇ ਭਰਾਵਾਂ ਨੇ ਭਰਾ ਮਾਰੇ ਸੀ। ਪਰ ਉੱਥੋਂ ਨਿਕਲਿਆ ਕੀ? ਉੱਥੋਂ ਗੀਤਾ ਨਿਕਲੀ, ਕੋਈ ਇੱਕ ਧਰਮ ਦੀ ਸਥਾਪਨਾ ਹੋਈ। ਇਹੀ ਗੱਲ ਵਾਰ-ਵਾਰ ਸਾਡੇ ਰਹਿਬਰਾਂ ਨੇ ਸਾਨੂੰ ਸਮਝਾਈ ਆ ਵੀ ਜਦੋਂ ਕਿਤੇ ਮਾਨਵ ਜਾਤੀ ਨੂੰ ਧਰਮ ਦੀ ਸਥਾਪਨਾ ਕਰਨੀ ਪਊਗੀ, ਉੱਥੇ ਆਪਦੇ ਸ਼ਹਾਦਤਾਂ ਨਾਲ ਤੁਹਾਨੂੰ ਉਸ ਧਰਤੀ ਨੂੰ ਰੰਗਣਾ ਪਊਗਾ, ਤਾਂ ਧਰਮ ਦੀ ਸਥਾਪਨਾ ਹੋਊਗੀ। ਜਦੋਂ ਅਸੀਂ ਧਰਮ ਦੇ ਖਿਲਾਫ ਲੜ ਰਹੇ ਹਾਂ, ਉਹ ਹੁਣ ਸਮਾਂ ਕਦੋਂ ਆਉਂਦਾ, ਇਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਡਿਸਾਈਡ ਕਰਦਾ, ਅਸੀਂ ਨਹੀਂ ਡਿਸਾਈਡ ਕਰ ਸਕਦੇ। ਸਰੂਪ 'ਚ ਕਦੋਂ ਨਜ਼ਰ ਆਉਂਗੇ? ਨਹੀਂ, ਧਰਮ ਦਾ ਸਰੂਪ ਕੀ ਆ? ਸਿੱਖੀ ਸਰੂਪ। ਗੱਲ ਇਹ ਆ, ਉਹ ਸਿੱਖੀ ਸਰੂਪ ਵੀ ਇੱਕ ਬਖਸ਼ ਆ। ਅੱਜ ਮੇਰੇ 'ਚ ਬੜੀਆਂ ਤਰ੍ਹਾਂ ਦੀਆਂ ਕਮੀਆਂ ਹੋ ਸਕਦੀਆਂ, ਮੇਰੇ 'ਚ ਬੜੀ ਇੱਕ ਰੀਝ ਆ, ਮੈਂ ਇੱਕ ਐਂਟਰਟੇਨਮੈਂਟ 'ਚੋਂ ਆਇਆ ਹੋਇਆ, ਇੱਕ ਐਕਟਰ ਬੰਦਾ, ਹੈ ਨਾ। ਸੋ ਗੱਲ ਇਹ ਆ ਵੀ ਉਹ ਕਮੀਆਂ ਦੂਰ ਕਰਨੀਆਂ, ਉਸ ਬਖਸ਼ ਨੂੰ, ਕਿਉਂਕਿ ਖਾਲਸਾ ਤਾਂ ਪ੍ਰਗਟ ਹੋਇਆ ਸੀ ਨਾ। ਖਾਲਸਾ ਇਹ ਥੋੜ੍ਹੀ ਸੀ ਵੀ ਸਾਜਿਆ ਗਿਆ ਸੀ, ਉਹਦਾ ਇੱਕ ਪ੍ਰਗਟ ਕੀਤੀ ਹੋਈ ਜੋਤ ਸੀ। ਇੱਕ ਜੋਤਾਂ ਪ੍ਰਗਟ ਹੁੰਦੀਆਂ ਤਾਂ ਉਹ ਬਖਸ਼ ਪ੍ਰਗਟ ਹੁੰਦੀ ਆ, ਜਿੱਦਾਂ ਹੋ ਗਈ ਉਹ ਗੁਰੂ ਨੇ ਕਰਨੀ ਆ। ਮੇਰੀ ਕੀ ਔਕਾਤ ਆ ਬਾਈ? ਧੰਨਵਾਦ।